ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਕਹਾਣੀ ਰੱਬੋ ਮਰਾਸਣ ਬਲਵੰਤ ਗਾਰਗੀ ਜੀ ਦੀ ਲਿਖੀ ਹੋਈ। ਰੱਬੋ ਮਰਾਸਣ ਫੁੱਲ ਚਿੜੀਆਂ ਕੱਢ ਕੇ ਗਲੀ ਵਿੱਚੋਂ ਨਿਕਲਦੀ ਤਾਂ ਸਾਰੇ ਉਸ ਨੂੰ ਭੁੱਖੀਆਂ ਨਜ਼ਰਾਂ ਨਾਲ ਦੇਖਦੇ। ਦੋ ਘੋੜੇ ਦੀ ਬੋਸਕੀ ਦੀ ਸਰਸਰਾਹਟ ਤੇ ਕਾਲੇ ਸਲੀਪਰਾਂ ਦੀ ਸਹਿਵਾਤ ਸਾਰੇ ਪਿੰਡ ਉੱਤੇ ਹਾਵੀ ਸੀ। ਪਿੰਡ ਦਾ ਚੌਧਰੀ ਨਿਧਾਨ ਸਿੰਘ ਪੁਰਾਣਾ ਫੌਜੀ ਸੀ। 18 ਸਾਲ ਨੌਕਰੀ ਕਰਕੇ ਜਦੋਂ ਘਰ ਮੁੜਿਆ ਤਾਂ ਰੰਨ ਨਾ ਕੰਨ ਵੱਡੇ ਭਰਾ ਦੇ ਟੱਬਰ ਵਿੱਚ ਹੀ ਜਾ ਕੇ ਰਹਿਣ ਲੱਗਾ। ਮੁੱਛਾਂ ਨੂੰ ਦੇਸੀ ਘਿਓ ਲਾ ਕੇ ਤੇ ਕਾਲੀ ਡੋਰੀ ਨਾਲ ਦਾੜੀ ਝਾੜ ਕੇ ਸੱਥ ਵਿੱਚ ਆ ਬੈਠਦਾ। ਵੱਡਾ ਭਰਾ ਚੌਧਰੀ ਸੀ ਤੇ ਨਿਧਾਨ ਸਿੰਘ ਕੜਮ ਚੌਧਰੀ। ਕਲਾਲਾਂ ਦੇ ਮੁੰਡੇ ਦਾ ਵਿਆਹ ਸੀ। ਰੱਬੋ ਚੌਧਰੀਆਂ ਦੇ ਘਰ ਉਹਨਾਂ ਦਾ ਸੱਦਾ ਲੈ ਕੇ ਆਈ ਸੀ। ਨਿਧਾਨ ਸਿੰਘ ਬੈਠਕ ਵਿੱਚ ਸੰਦਲੀ ਬਾਜ਼ ਨਾਲ ਦਾੜੀ ਝਾੜ ਰਿਹਾ ਸੀ ਤੇ ਉਸ ਦੀ ਨਜ਼ਰ ਰੱਬੋ ਉੱਤੇ ਪਈ। ਉਸਨੇ ਕਾਲੇ ਚਮਕੀਲੇ ਵਾਲਾਂ ਦੀਆਂ ਫੁੱਲ ਚਿੜੀਆਂ ਕੱਢੀਆਂ ਹੋਈਆਂ ਸਨ ਤੇ ਕੰਨਾਂ ਵਿੱਚ ਮੋਤੀਏ ਦੀਆਂ ਕਲੀਆਂ। ਉਸਦੇ ਮੁਸ਼ਕੀ ਹੁਸਨ ਨੂੰ ਤੱਕ ਕੇ ਨਿਧਾਨ ਸਿੰਘ ਦਾ ਸੰਦਲੀ ਬਾਜ਼ ਹੱਥ ਵਿੱਚ ਹੀ ਰਹਿ ਗਿਆ। ਉਸ ਪਿੱਛੋਂ ਜਿੱਧਰ ਨੂੰ ਰੱਬੋ ਮਰਾਸਣ ਲੰਘਦੀ, ਨਿਧਾਨ ਸਿੰਘ ਆਪਣੀ ਅਲਕ ਬਛੇਰੀ ਦੀਆਂ ਬਾਗਾਂ ਉਸੇ ਪਾਸੇ ਵੱਲ ਮੋੜ ਲੈਂਦਾ। ਨਿਧਾਨ ਸਿੰਘ ਨੂੰ ਵਿਆਹ ਕਰਾਉਣ ਦਾ ਚਾਅ ਸੀ, ਪਰ ਡੋਕਰਾਂ ਦੇ ਇਸ ਪਿੰਡ ਦੀ ਹਵਾ ਕੁਝ ਅਜਿਹੀ ਖਰਾਬ ਸੀ ਕਿ ਫੌਜੀਆਂ ਨੂੰ ਕੋਈ ਘੱਟ ਹੀ ਸਾਕ ਕਰਦਾ। ਲਾਮ ਉੱਤੇ ਗਏ ਸਿਪਾਹੀ ਦਾ ਕੀ ਪਤਾ, ਅੱਧੀ ਰੰਡੀ ਤਾਂ ਕੁੜੀ ਉਸੇ ਦਿਨ ਹੋ ਜਾਂਦੀ ਹੈ ਜਿਸ ਦਿਨ ਉਸਦਾ ਵਿਆਹ ਹੁੰਦਾ। ਮਾਪਿਆਂ ਨੂੰ ਇਸ ਗੱਲ ਦਾ ਖਿਆਲ ਸੀ ਕਿ ਉਹਨਾਂ ਦੀ ਧੀ ਸ਼ਰੀਕੇ ਵਿੱਚ ਰੁਲਦੀ ਰਹੇਗੀ। ਹਾਂ, ਨਾਵਾਂ ਧਾਰ ਕੇ ਭਾਵੇਂ ਕੋਈ ਲੈ ਆਉਂਦਾ, ਪਰ ਚੌਧਰੀ ਅਣਖ ਵਾਲੇ ਸਨ। ਵੱਡਾ ਭਰਾ ਇਸ ਤਰ੍ਹਾਂ ਮੁੱਲ ਦੀ ਲਿਆਂਦੀ ਤੀਵੀਂ ਨੂੰ ਦੇਲੀ ਵੀ ਨਹੀਂ ਸੀ ਚੜ੍ਹਨ ਦੇਣੀ ਚਾਹੁੰਦਾ। ਨਿਧਾਨ ਸਿੰਘ ਨੇ ਜਦ ਆਪਣੀ ਵੱਡੀ ਭਤੀਜੀ ਬੰਤੀ ਦੇ ਸਾਕ ਦੀ ਗੱਲ ਛੇੜੀ ਤਾਂ ਵਿਚੋਲੇ ਨੂੰ ਸਲਾਹ ਦਿੱਤੀ ਕਿ ਉਹ ਕਿਧਰੇ ਵੱਟੇ ਦੀ ਸਾਈ ਲਾ ਕੇ ਰੁਪਈਆ ਫੜਾ ਆਵੇ। ਇੱਧਰ ਬੰਤੀ ਦਾ ਵਿਆਹ ਹੋਵੇ ਤੇ ਉੱਧਰ ਉਸਦਾ ਚਾਚਾ ਘੋੜੀ ਚੜ੍ਹ ਕੇ ਕਿਸੇ ਮੁਟਿਆਰ ਨੂੰ ਘਰ ਲੈ ਆਵੇ। ਜਦੋਂ ਵੱਡੇ ਭਰਾ ਨੂੰ ਇਸ ਵੱਟੇ ਸੱਟੇ ਦਾ ਪਤਾ ਲੱਗਿਆ ਤਾਂ ਉਸਨੇ ਜੁੱਤੀ ਕੱਢ ਲਈ। ਝਰੜਾ ਹੋਇਆ, ਪਰ ਗੱਲ ਵਿੱਚ ਹੀ ਰਹਿ ਗਈ। ਨਿਧਾਨ ਸਿੰਘ ਇਸ ਪਿੱਛੋਂ ਪਿੰਡੋਂ ਬਾਹਰਲੀ ਹਵੇਲੀ ਵਿੱਚ ਰਹਿਣ ਲੱਗਾ। ਜੀ ਕਰਦਾ ਤਾਂ ਉਹ ਵੱਡੀ ਭਰਜਾਈ ਕੋਲ ਰੋਟੀ ਖਾ ਆਉਂਦਾ, ਨਹੀਂ ਤਾਂ ਇੱਧਰ ਹੀ ਬਣਾ ਲੈਂਦਾ। ਇਸ ਨਾਲ ਨਿਧਾਨ ਸਿੰਘ ਨੂੰ ਖੁੱਲ੍ਹੀ ਖੇਡ ਹੋ ਗਈ ਸੀ। ਉਹ ਰੱਬੋ ਨੂੰ ਫਸਾਉਣ ਦੀਆਂ ਤਰਕੀਬਾਂ ਸੋਚਦਾ। ਰੱਬੋ ਦਾ ਘਰਵਾਲਾ ਭਾਂਗਰੀ ਮਰਾਸੀ ਉਮਰ ਵਿੱਚ ਵਡੇਰੇ ਸੀ। ਮਹਿੰਦੀ ਰੰਗੀ ਦਾੜੀ ਤੇ ਗੰਜਾ ਸਿਰ। ਅੱਗੋਂ ਪਿੱਛੋਂ ਉਹ ਰੱਬੋ ਨੂੰ ਕੁੱਟਦਾ, ਪਰ ਵਿਆਹ ਸ਼ਾਦੀਆਂ ਦੀ ਰੁੱਤੇ ਉਸ ਨੂੰ ਪੁਚਕਾਰ ਕੇ ਰੱਖਦਾ। ਜੇ ਢੋਲਕ ਪਾਟੀ ਹੁੰਦੀ ਤਾਂ ਉਸ ਨੂੰ ਦੁਬਾਰਾ ਮੜ ਕੇ ਖੰਬਣੀਆਂ ਬੰਨ੍ਹ ਕੇ ਉਸ ਨੂੰ ਵਿਆਹ ਵਾਲੇ ਘਰ ਲੈ ਜਾਂਦਾ। ਆਪ ਮੁਹਾਠਾਂ ਉੱਤੇ ਜਿੱਤ ਦਾ ਕੌਲਾ ਲੈ ਕੇ ਬਹਿ ਰਹਿੰਦਾ ਤੇ ਰੱਬੋ ਕੁੜੀਆਂ ਦੇ ਪਿੜ ਵਿੱਚ ਨੱਚਦੀ। ਰੱਬੋ ਦੀ ਆਵਾਜ਼ ਤੇਲ ਵਿੱਚ ਰਸੀ ਹੋਈ ਬੰਸਰੀ ਵਰਗੀ ਸੀ। ਉਸ ਦੇ ਮੁਸ਼ਕੀ ਜੋਬਨ ਵਿੱਚ ਅੱਡੀ ਦੀ ਧਮਕ ਸੀ। ਵਿਆਹ ਵਾਲੇ ਘਰ ਅੱਧੀ ਰਾਤ ਤੱਕ ਗਿੱਧਾ ਮੱਚਦਾ ਤੇ ਰੱਬੋ ਦੀ ਢੋਲਕ ਦੇ ਗੀਤ ਸੁਣਨ ਲਈ ਮੁੰਡੇ ਖੁੰਡੇ ਬਨੇਰਿਆਂ ਉੱਤੇ ਬੈਠੇ ਰਹਿੰਦੇ। ਬੁੱਢੇ ਵਡੇਰੇ ਵੀ ਅੱਖਾਂ ਮੀਚੀ ਮੰਜਿਆਂ ਉੱਤੇ ਪਏ ਰਹਿੰਦੇ। ਨਿਹਾਲ ਸਿੰਘ ਦੇ ਦਿਲ ਵਿੱਚ ਰੱਬੋ ਖੁੱਭ ਗਈ ਸੀ। ਉਸਨੇ ਭਾਂਗਰੀ ਮਰਾਸੀ ਨੂੰ ਗੰਢਣਾ ਸ਼ੁਰੂ ਕੀਤਾ। ਵੇਲੇ ਕੁਵੇਲੇ ਉਹ ਮੁਰਗਾ ਝਟਕਾਉਂਦਾ ਤੇ ਭਾਂਗਰੀ ਨੂੰ ਛੁਰੀਆਂ ਦੇ ਕੇ ਆਖਦਾ, ਲੈ ਪੀਰ ਜਾਤਿਆ, ਚੰਗੀ ਤਰ੍ਹਾਂ ਭੁੰਨ ਕੇ ਲੈ ਆਈ। ਬਾਹਰਲੀ ਹਵੇਲੀ ਵਿੱਚ ਇੱਟਾਂ ਦੇ ਚੁੱਲ੍ਹੇ ਉੱਤੇ ਭਾਂਗਰੀ ਮੁਰਗਾ ਭੁੰਨਦਾ ਤੇ ਨਿਧਾਨ ਸਿੰਘ ਦਾਰੂ ਸਿੱਕਾ ਛਕ ਕੇ ਪਿੰਡ ਵਿੱਚ ਗੇੜੇ ਕੱਢਦਾ। ਕਈ ਵਾਰ ਉਹ ਬੰਦੂਕ ਫੜ ਕੇ ਬਾਹਰ ਨਿਕਲ ਜਾਂਦਾ, ਤਿੱਤਰ ਬਟੇਰੇ ਮਾਰਦਾ, ਲੈ ਪੀਰ ਜਾਦਿਆ, ਅੱਜ ਆਪ ਦੀ ਮਰਾਸਣ ਨੂੰ ਸਾਡੇ ਨਾਂ ਦੇ ਇਹ ਤੋਹਫੇ ਖਵਾ ਦੇਵੀਂ। ਉਸ ਦਾ ਭਾਵ ਇਹ ਹੁੰਦਾ ਕਿ ਭਾਂਗਰੀ ਚੌਧਰੀ ਨਿਧਾਨ ਸਿੰਘ ਦਾ ਪ੍ਰਤੀਨਿਧ ਬਣ ਕੇ ਰੱਬੋ ਨੂੰ ਸਿਰਫ ਭੁੰਨਿਆ ਹੋਇਆ ਤਿੱਤਰ ਹੀ ਨਾ ਖਵਾਵੇ, ਸਾਰੀ ਰਾਤ ਉਸ ਉੱਤੇ ਹੱਥ ਵੀ ਫੇਰੇ। ਨਿਧਾਨ ਸਿੰਘ ਦੇ ਸੁਨੇਹੇ ਦੇ ਦਬਕੇ ਹੋਏ ਭਾਵ ਰੱਬੋ ਤੀਕ ਭੁੰਨੇ ਹੋਏ ਤਿੱਤਰਾਂ ਰਾਹੀਂ ਹੀ ਪਹੁੰਚਦੇ ਸਨ। ਭਾਂਗਰੀ ਦੀ ਪਹਿਲੀ ਮਰਾਸਣ ਨੂੰ ਮਰੇ 15 ਸਾਲ ਹੋ ਗਏ ਸਨ। ਉਸ ਦੀ ਧੀ ਜਵਾਨ ਹੋ ਗਈ ਤਾਂ ਭਾਂਗਰੀ ਨੇ ਉਸ ਦੇ ਵੱਟੇ ਵਿੱਚ ਰੱਬੋ ਲੈ ਆਂਦੀ ਸੀ। 8 ਸਾਲ ਪਿੱਛੋਂ ਭਾਂਗਰੀ ਦੇ ਗੋਡੇ ਰਹਿ ਗਏ ਸਨ, ਪਰ ਰੱਬੋ ਉਸੇ ਤਰ੍ਹਾਂ ਜਵਾਨ। ਉਹ ਫੁੱਲ ਚਿੜੀਆਂ ਕੱਢ ਕੇ ਤੇ ਕੰਨਾਂ ਵਿੱਚ ਮੋਤੀਏ ਦੀਆਂ ਕਲੀਆਂ ਸਜਾ ਕੇ ਉਸੇ ਮੜਕ ਨਾਲ ਤੁਰਦੀ। ਇੱਕ ਦਿਨ ਭਾਂਗਰੀ ਭੁੰਨੇ ਹੋਏ ਤਿੱਤਰ ਤੇ ਸ਼ਰਾਬ ਦਾ ਅਧੀਆ ਲੈ ਕੇ ਘਰ ਆਇਆ ਤਾਂ ਰੱਬੋ ਬੋਲੀ, ਇਹ ਨਿਧਾਨ ਸਿੰਘ ਚੌਧਰੀ ਤੇਰੇ ਉੱਤੇ ਬੜਾ ਮਿਹਰਬਾਨ ਹੋਇਆ ਏ। ਭਾਂਗਰੀ ਬੋਲਿਆ,
ਅੱਲਾ ਦੀ ਫਜ਼ਲ ਨਾਲ ਅੰਨਾ ਖਰਚਾ ਏ ਚੌਧਰੀ ਦਾ। ਅੱਜ ਆਖਦਾ ਸੀ ਕਿ ਰੱਬੋ ਨੂੰ ਟੂਮਾ ਬਣਵਾ ਦੇ, ਅੱਧੇ ਪੈਸੇ ਮੈਂ ਦੇ ਦਊਂ। ਜੁੱਤੀ 100 ਇਹੋ ਜਿਹੀਆਂ ਟੂਮਾਂ ਤੇ ਮੈਂ ਭੁੱਲੀਆਂ। ਇਸ ਮਲੰਗੇ ਨੂੰ ਟੂਮ ਬਣਾਉਣ ਦੀ ਗੱਲ ਸੁਣ ਕੇ ਰੱਬੋ ਨੂੰ ਚੌਧਰੀ ਨਾਲੋਂ ਵਧੇਰੇ ਗੁੱਸਾ ਭਾਂਗਰੀ ਉੱਤੇ ਆਇਆ। ਉਹ ਬੋਲੀ, ਅੰਨਾ ਖਰਚਾ ਕਰਨ ਵਾਲਾ ਬੰਦਾ ਅੰਨਾ ਨਹੀਂ ਹੁੰਦਾ। ਮੁਰਗਾ ਛਕਾਉਂਦਾ ਤਾਂ ਕਿਸੇ ਆਸ ਉੱਤੇ। ਭਾਂਗਰੀ ਬੋਲਿਆ, ਮੈਥੋਂ ਕੀ ਲੈਣਾ ਏ ਉਸਨੇ ਪਾਟੀਆਂ ਜੁੱਲੀਆਂ ਤੇ ਗੰਢੀ ਹੋਈ ਢੋਲਕੀ। ਰੱਬੋ ਗੁੱਸੇ 'ਚ ਬੋਲੀ, ਤੈਨੂੰ ਉਸਨੇ ਚਾਟ ਤੇ ਲਾ ਲਿਆ। ਭਾਂਗਰੀ ਨੇ ਮਹਿੰਦੀ ਰੰਗੀ ਦਾੜੀ ਨੂੰ ਪਲੋਸ ਕੇ ਆਖਿਆ, ਕਮਲੀਏ, ਮਰਾਸੀਆਂ ਦੀ ਤਾਂ ਸਾਰੀ ਜੰਗੀਰ ਗੱਲਬਾਤ ਤੇ ਮੁਸ਼ਕਰੀ ਹੀ ਹੁੰਦੀ ਐ। ਤੂੰ ਹੋਰ ਪਾਸੇ ਹੀ ਤੁਰ ਪਈ। ਮਰਾਸੀ ਦੀ ਇੱਜ਼ਤ ਤਾਂ ਸਿੱਧੇ ਘੜੇ ਵਾਂਗ ਐ, ਬਦਨਾਮੀ ਦੀ ਇੱਕ ਬੂੰਦ ਵੀ ਨਹੀਂ ਠਹਿਰਦੀ। ਬਦਨਾਮੀ ਹੁੰਦੀ ਏ ਲਾਲਿਆਂ ਤੇ ਚੌਧਰੀਆਂ ਦੀ, ਆਪਣੀ ਕਾਹਦੀ ਬਦਨਾਮੀ। ਰੱਬੋ ਚੁੱਪ ਰਹੀ, ਪਰ ਉਸਦੀਆਂ ਨਜ਼ਰਾਂ ਕੌੜੀਆਂ ਸਨ। ਭਾਂਗਰੀ ਦੀ ਗੰਜੀ ਟਿੰਡ ਉੱਤੇ ਪਸੀਨੇ ਦੇ ਕਤਰੇ ਚਮਕ ਰਹੇ ਸਨ। ਰੱਬੋ ਨੂੰ ਇਉਂ ਲੱਗਾ ਜਿਵੇਂ ਕਿਸੇ ਬੰਦ ਘੜੇ ਉੱਤੇ ਬੂੰਦਾਂ ਠਹਿਰੀਆਂ ਹੋਣ। ਉਹ ਖੁਦ ਇਸ ਗੱਲ ਨੂੰ ਸਮਝਦੀ ਸੀ ਕਿ ਮਰਾਸਣ ਦਾ ਧਰਮ ਇਹੋ ਹੈ ਕਿ ਪਿੰਡ ਦੇ ਸਾਰੇ ਘਰਾਂ ਵਿੱਚ ਖੁਸ਼ੀ ਤੇ ਗਮੀ ਸਾਂਝੀ ਕਰੇ। ਉਹ ਸਾਂਝੀ ਧੜਕਣ ਬਣ ਕੇ ਹੀ ਫਲ ਫੁੱਲ ਸਕਦੀ ਹੈ। ਆਪਣੇ ਘਰ ਵਾਲੇ ਦੀ ਗੱਲ ਅਣਸੁਣੀ ਕਰਕੇ ਉਸਨੇ ਬਾਲੇ ਦੀ ਸ਼ੀਸ਼ੇ ਵਿੱਚ ਆਪਣਾ ਚਿਹਰਾ ਤੱਕਿਆ। ਫੁੱਲ ਚਿੜੀਆਂ ਕੱਢੀਆਂ, ਕੰਨਾਂ ਵਿੱਚ ਮੋਤੀਏ ਦੀਆਂ ਕਲੀਆਂ ਟੁੰਗੀਆਂ ਤੇ ਢੋਲਕੀ ਚੱਕ ਕੇ ਪਟਵਾਰੀ ਦੇ ਘਰ ਮੁੰਡਾ ਜੰਮਣ ਦੀ ਵਧਾਈ ਦੇਣ ਚਲੇ ਗਈ। ਨਿਧਾਨ ਸਿੰਘ ਨੇ ਭਾਂਗਰੀ ਦੇ ਹੱਥ 'ਚੋਂ ਸੁਨੇਹੇ ਘੱਲੇ ਸਨ, ਉਹ ਸਭ ਵਿਅਰਥ ਸਾਬਿਤ ਹੋਏ। ਉਹ ਇਹੋ ਸਮਝਦਾ ਸੀ ਕਿ ਮਰਾਸੀ ਤੇ ਮਰਾਸਣ ਦੀ ਅੰਦਰੋਂ ਸੁਰ ਮਿਲੀ ਹੋਈ ਹੈ ਤੇ ਉਸਦਾ ਕੰਮ ਨਹੀਂ ਬਣਨਾ। ਰੱਬੋ ਜੇ ਉਸਨੂੰ ਗਲੀ ਵਿੱਚ ਮਿਲ ਜਾਂਦੀ ਤਾਂ ਹੱਸ ਕੇ ਗੱਲ ਕਰਦੀ। ਇੱਕ ਵਾਰ ਉਸਨੇ ਚੋਟ ਕੀਤੀ, ਚੌਧਰੀ, ਤੁਹਾਡੇ ਘਰ ਹੁਣ ਕੋਈ ਵਿਆਹ ਹੀ ਨਹੀਂ ਹੁੰਦਾ। ਸੁੱਖ ਨਾਲ ਐਡਾ ਵੱਡਾ ਲਾਣਾ ਏ। ਜੇ ਤੇਰੀਆਂ ਭਤੀਜੀਆਂ ਦਾ ਕਿਤੇ ਰੁਪਈਆ ਨਹੀਂ ਫੜਾਇਆ ਤਾਂ ਤੂੰ ਆਪ ਹੀ ਕਿਤੋਂ ਰੁਪਈਆ ਫੜ ਲੈ। ਜੇ ਤੂੰ ਘੋੜੀ ਚੜ੍ਹੇ ਤਾਂ ਮੈਂ ਸਾਰੀ ਰਾਤ ਢੋਲਕੀ ਵਜਾਵਾਂ। ਇਹ ਗੱਲ ਆਖ ਕੇ ਰੱਬੋ ਤੇਜ਼ੀ ਨਾਲ ਨਿਕਲ ਗਈ ਤੇ ਨਿਧਾਨ ਸਿੰਘ ਦੇਸੀ ਘਿਓ ਨਾਲ ਚੋਪੜੀਆਂ ਮੁੱਛਾਂ ਨੂੰ ਮਰੋੜਦਾ ਰਹਿ ਗਿਆ। ਉਸਦੇ ਮਨ ਵਿੱਚ ਮਰਾਸਣ ਦੀਆਂ ਫੁੱਲ ਚਿੜੀਆਂ ਤੇ ਮੋਤੀਏ ਦੀਆਂ ਕਲੀਆਂ ਦੇਰ ਤੱਕ ਉਲਝਦੀਆਂ ਰਹੀਆਂ। ਆਖਿਰ ਨਿਧਾਨ ਸਿੰਘ ਦੀ ਵੱਡੀ ਭਤੀਜੀ ਬੰਤੀ ਦਾ ਰਿਸ਼ਤਾ ਇੱਕ ਤਕੜੇ ਜਾਗੀਰਦਾਰ ਦੇ ਪੁੱਤ ਨਾਲ ਹੋ ਗਿਆ। ਮਹੀਨਾ ਪਹਿਲਾਂ ਕੜਾਹੀ ਧਰ ਦਿੱਤੀ ਤੇ ਢੋਲਕੀ ਬਿਠਾ ਦਿੱਤੀ। ਨਿਧਾਨ ਸਿੰਘ ਭਤੀਜੀ ਦੇ ਵਿਆਹ ਦੀਆਂ ਤਿਆਰੀਆਂ ਤੇ ਸਵਾਗਤ ਦਾ ਮੋਹਰੀ ਸੀ। ਹਲਵਾਈ ਨੂੰ ਸੀਦਾ ਦੇਣਾ ਤੇ ਲਾਗੀਆਂ ਨੂੰ ਤਾੜਨਾ ਫਾੜਨਾ ਤੇ ਧਰਮਸ਼ਾਲਾ ਵਿੱਚ ਬਰਾਤ ਦੇ ਉਤਾਰੇ ਦਾ ਪ੍ਰਬੰਧ ਉਸੇ ਜੁੰਮੇ ਸੀ। ਵੱਡਾ ਭਰਾ ਤਾਂ ਲੈਣ ਦੇਣ ਵਰੀ ਤਿਆਰ ਕਰਵਾਉਣ ਤੇ ਪਿੰਡ ਦੀਆਂ ਸਾਕ ਸਕੀਰੀਆਂ ਨੂੰ ਨਿਭਾਉਣ ਵਿੱਚ ਰੁੱਝਿਆ ਹੋਇਆ ਸੀ। ਨਿਧਾਨ ਸਿੰਘ ਦੀ ਕੜਮ ਚੌਧਰ ਦੀ ਲੋੜ ਸੀ। ਕੁੜੀਆਂ ਦੇ ਵਿਆਹ ਸਮੇਂ ਵਿਆਹ ਦੇ ਪ੍ਰਬੰਧ ਵਿੱਚ ਫੌਜੀ ਨੇਮ ਦੀ ਪੁਖਤ ਆ ਗਈ ਸੀ। ਹਰ ਕੰਮ ਵੇਲੇ ਸਿਰ ਤੇ ਕੜਕੇ ਧੜਕੇ ਨਾਲ। ਸਿਰਫ ਕੁੜੀਆਂ ਦੇ ਗੀਤ ਉੱਤੇ ਕੋਈ ਪਾਬੰਦੀ ਨਹੀਂ ਸੀ। ਰੋਟੀ ਪਿੱਛੋਂ ਕੁੜੀਆਂ ਵਿਹੜੇ ਵਿੱਚ ਗਿੱਧਾ ਪਾਉਂਦੀਆਂ ਤਾਂ ਰਾਤ ਦੇ ਪਿਛਲੇ ਪਹਿਰ ਤੀਕ ਰੱਬੋ ਦੀ ਢੋਲਕੀ ਸੁਣਾਈ ਦਿੰਦੀ। ਗਿੱਧੇ ਦੀਆਂ ਬੋਲੀਆਂ ਤੇ ਟੱਪਿਆਂ ਦਾ ਹੜ੍ਹ ਸੀ। ਰੱਬੋ ਨੱਚਦੀ ਤਾਂ ਕੁੜੀਆਂ ਦੂਰੀਆਂ ਤੀਰੀਆਂ ਹੋ ਕੇ ਨੱਚਦੀਆਂ। ਭਾਂਡੇ ਮਾਂਜਦੀ ਝਿਓਰੀ ਤੇ ਨੈਣ ਵੀ ਨਾਲ ਹੋ ਕੇ ਗਾਉਣ ਲੱਗਦੀਆਂ। ਨਿਧਾਨ ਸਿੰਘ ਵਿਆਹ ਦੇ ਕੰਮ ਕਾਜ ਦਾ ਫਿਕਰ ਹੋਣ ਕਰਕੇ ਵੱਡੀ ਹਵੇਲੀ ਵਿੱਚ ਰਹਿਣ ਲੱਗ ਪਿਆ। 2 ਵਜੇ ਤੀਕ ਗਿੱਧਾ ਮੱਚਦਾ ਤੇ ਬਾਹਰ ਵਿਹੜੇ ਵਿੱਚ ਜਿੱਥੇ ਉਸਦੀ ਘੋੜੀ ਬੰਨੀ ਹੁੰਦੀ ਮੰਜੀ ਢਾ ਕੇ ਜਾਗੋ ਮਿੱਟੀ ਵਿੱਚ ਪਿਆ ਰਹਿੰਦਾ। ਵਾਰ-ਵਾਰ ਰੱਬੋ ਦਾ ਸਿਲਸਿਲਵਾ ਹੁਸਨ ਉਸਦੇ ਮਨ ਵਿੱਚ ਸਰਸਰਾਉਂਦਾ। ਉਹ ਨੀਂਦਰੇ ਵਿੱਚ ਕਾਲੀਆਂ ਫੁੱਲ ਚਿੜੀਆਂ ਉੱਡਦੀਆਂ ਤੇ ਮੋਤੀਏ ਦੀਆਂ ਕਲੀਆਂ ਝੂਮਦੀਆਂ। ਆਲ੍ਹਣੀ ਮੰਜੇ ਉੱਤੇ ਪਿਆ ਉਹ ਦੌਣ ਨਾਲ ਅੱਡੀਆਂ ਰਗੜਦਾ। ਬੰਤੀ ਦੇ ਫੇਰਿਆਂ ਵਾਲੀ ਰਾਤ ਸੀ। ਘਰ ਦੇ ਸਾਰੇ ਲੋਕ ਵਿਆਹ ਦੇ ਸਭ ਕਾਰਜ ਵਿੱਚ ਰੁੱਝੇ ਹੋਏ ਸਨ। ਨਿਧਾਨ ਸਿੰਘ ਸ਼ਰਾਬ ਪੀ ਕੇ ਡਿਊੜੀ ਦੇ ਲਾਗੇ ਲੁੱਕ ਕੇ ਬੈਠਾ ਰਿਹਾ। ਰੋਟੀ ਖਾ ਕੇ ਤੇ ਲਾਗ ਲੈ ਕੇ ਅੱਧੀ ਰਾਤ ਰੱਬੋ ਜਦੋਂ ਘਰ ਨੂੰ ਜਾਣ ਲੱਗੀ ਤਾਂ ਨਿਧਾਨ ਸਿੰਘ ਨੇ ਕਰਾਰੀ ਆਵਾਜ਼ ਵਿੱਚ ਕਿਹਾ, ਤੁਰੀ ਜਾਨੀ ਏ ਕੱਲੀ ਹੀ, ਆਪਣੇ ਮਰਾਸੀ ਨੂੰ ਤਾਂ ਲੈ ਜਾ ਨਾਲ। ਕਿੱਥੇ ਐ ਉਹ? ਤਵੇਲੇ ਵਿੱਚ ਪਿਆ ਸਹੁਰਾ। ਰੱਬੋ ਸਹਿਜ ਸੁਭਾਅ ਹੀ ਤਵੇਲੇ ਵੱਲ ਮੁੜੀ ਤੇ ਪਿੱਛੇ ਦੀ ਆ ਕੇ ਨਿਧਾਨ ਸਿੰਘ ਨੇ ਉਸਦੇ ਮੂੰਹ ਤੇ ਹੱਥ ਰੱਖ ਕੇ ਤੇ ਦੂਜੇ ਹੱਥ ਨਾਲ ਜੱਫਾ ਪਾ ਲਿਆ। ਰੱਬੋ ਨੇ ਹੱਥ ਪੈਰ ਮਾਰੇ ਪਰ ਉਸਦਾ ਮੂੰਹ ਕੁੱਟਿਆ ਹੋਇਆ ਸੀ।
ਉਸਦੀ ਢੋਲਕੀ ਡਿੱਗ ਪਈ। ਨਿਧਾਨ ਸਿੰਘ ਉਸਨੂੰ ਧੋ ਕੇ ਤਬੇਲੇ ਅੰਦਰ ਲੈ ਗਿਆ। ਪਿਛਵਾੜੇ ਪਿੱਛੋਂ ਉਸਦੀ ਘੋੜੀ ਦੀ ਉੱਚੀ ਹਿਣਕਣੀ ਸੁਣਾਈ ਦਿੱਤੀ ਤੇ ਹਵੇਲੀ ਵਿੱਚੋਂ ਫੇਰੀਆਂ ਦੇ ਗੀਤ, ਤਬੇਲੇ ਦੇ ਹਨੇਰੇ ਵਿੱਚੋਂ ਰੱਬੋ ਮਰਾਸਣ ਦੀ ਹੌਂਕਦੀ ਜੱਦੋ-ਜਹਿਦ ਇਹਨਾਂ ਆਵਾਜ਼ਾਂ ਵਿੱਚ ਘੁਲ ਗਈ। ਜਦੋਂ ਰੱਬੋ ਤਬੇਲੇ ਵਿੱਚੋਂ ਬਾਹਰ ਨਿਕਲੀ ਤਾਂ ਹਵੇਲੀ ਦੇ ਵਿਹੜੇ ਵਿੱਚੋਂ ਪੰਡਿਤ ਦੇ ਮੰਤਰ ਸੁਣਾਈ ਦੇ ਰਹੇ ਸਨ ਅਤੇ ਅਗਨ ਕੁੰਡ ਵਿੱਚ ਸਮੱਗਰੀ ਦੀਆਂ ਲਾਟਾਂ ਉੱਡ ਰਹੀਆਂ ਸਨ। ਰੱਬੋ ਨੇ ਢੋਲਕੀ ਚੁੱਕੀ ਤੇ ਕਾਲੀ-ਕਾਲੀ ਘਰ ਚਲੀ ਗਈ। ਦੂਜੇ ਦਿਨ ਸਾਰੇ ਪਿੰਡ ਵਿੱਚ ਤਬੇਲੇ ਵਾਲੀ ਗੱਲ ਉੱਡੀ ਹੋਈ ਸੀ। ਜੈ ਕੁਰਚਿਓਰੀ ਨੇ ਦੋਵਾਂ ਨੂੰ ਦੇਖ ਲਿਆ ਸੀ। ਉਹ ਰੱਬੋ ਤੋਂ ਖਾਰ ਵੀ ਖਾਂਦੀ ਸੀ। ਬਸ ਦਿਨ ਚੜ੍ਹਦੇ ਨੂੰ ਉਸਨੇ ਇਸ ਗੱਲ ਨੂੰ ਖੰਭ ਲਾ ਦਿੱਤੇ। ਜਿੰਨੇ ਮੂੰਹ ਓਨੀਆਂ ਗੱਲਾਂ। ਜੀਵੀ ਵਾਮਣੀ ਬੋਲੀ, ਆਪ ਹੀ ਗਈ ਹੋਊ ਤਗੜੀ। ਅਸੀਂ ਵੀ ਤਾਂ ਸਾਰੀ ਉਮਰ ਕੰਮ ਕਰਦੀਆਂ ਹੀ ਰਹੀਆਂ ਹਾਂ ਚੌਧਰੀਆਂ ਦੇ ਘਰ, ਕਦੀ ਕਿਸੇ ਨੇ ਮੈਲੀ ਅੱਖ ਨਾਲ ਨਹੀਂ ਤੱਕਿਆ। ਜੀਜੀ ਤੇਲਣ ਬੋਲੀ, ਇਹ ਪੱਟੀਆਂ ਚੋਪੜ ਕੇ ਫੁੱਲ ਚਿੜੀਆਂ ਕੱਢੀ ਫਿਰਦੀ ਸੀ। ਮੈਨੂੰ ਪਤਾ ਸੀ ਕੋਈ ਕਾਰਾ ਕਰਕੇ ਰਹੂ। ਪਟਵਾਰਨ ਨੇ ਦਲੀਲ ਲੜਾਈ। ਇਸ ਜੈ ਖਣੇ ਨਿਧਾਨ ਸਿੰਘ ਦੀ ਅੱਖ ਚਿਰ ਤੋਂ ਸੀ ਮਰਾਸਣ ਉੱਤੇ। ਕਦੇ ਤਾਂ ਬਿੱਜ ਪੈਣੀ ਸੀ। ਭਾਗਰੀ ਨੇ ਰੱਬੋ ਨੂੰ ਕੁੱਟਿਆ। ਹਰਾਮਜ਼ਾਦੀਏ, ਤੂੰ ਇਸ ਉਮਰ 'ਚ ਮੇਰੀ ਦਾੜੀ ਨੂੰ ਮਿੱਟੀ ਵਿੱਚ ਰੋਲ ਦਿੱਤਾ। ਰੱਬੋ ਕਾਫੀ ਚਿਰ ਤੱਕ ਡੁਸਕਦੀ ਰਹੀ। ਕਈ ਦਿਨ ਘਰੋਂ ਬਾਹਰ ਨਾ ਨਿਕਲੀ। ਨਿਧਾਨ ਸਿੰਘ ਨੂੰ ਵੀ ਘਰੋਂ ਲਾਹਣ-ਤਾਹਣ ਹੋਈ। ਵੱਡੇ ਭਰਾ ਨੇ ਭਰੀ ਪੰਚਾਇਤ ਵਿੱਚ ਉਸ ਨਾਲ ਕੁਪੱਤ ਕੀਤੀ ਤੇ ਉਸ ਦਾ ਹੁੱਕਾ ਪਾਣੀ ਬੰਦ ਕਰ ਦਿੱਤਾ। ਦੋਹਾਂ ਦੀ ਪਿੰਡ ਵਿੱਚ ਬਦਨਾਮੀ ਹੋਈ ਤਾਂ ਦੋਹਾਂ ਵਿਚਕਾਰ ਕੁੜਤੁਣ ਤੇ ਰੜਕ ਮਿਟ ਕੇ ਸਾਂਝੀ ਹੋਣ ਦੀ ਭਾਗੀ ਬਣ ਗਈ। ਕੋਈ ਰੱਬੋ ਨੂੰ ਕੋਸਦਾ ਸੀ ਤੇ ਕੋਈ ਨਿਧਾਨ ਸਿੰਘ ਨੂੰ। ਇੱਕ ਦਿਨ ਰੱਬੋ ਤੇ ਨਿਧਾਨ ਸਿੰਘ ਦੋਵੇਂ ਗਾਇਬ ਸਨ। ਕਿਸੇ ਨੂੰ ਇੰਨਾ ਪਤਾ ਲੱਗਾ ਕਿ ਉਹ ਦੋਵੇਂ ਕਿਵੇਂ ਤੇ ਕਿੱਥੇ ਮਿਲੇ। ਨਿਧਾਨ ਸਿੰਘ ਦੀ ਇਸ ਪਿੰਡ ਤੋਂ 30 ਮੀਲ ਦੂਰ ਇੱਕ ਛੋਟੀ ਜਿਹੀ ਢੇਰੀ ਸੀ। ਉਹ ਬਾਹਰਲੇ ਘਰੋਂ ਹੀ ਗੱਡਾ ਜੋੜ ਕੇ ਸਾਰਾ ਸਮਾਨ ਲੱਦ ਕੇ ਰਾਤ ਵੇਲੇ ਨਿਕਲ ਗਿਆ ਸੀ। ਆਪਣੀ ਘੋੜੀ ਤੇ ਰੱਬੋ ਮਰਾਸਣ ਨੂੰ ਵੀ ਨਾਲ ਹੀ ਲੈ ਗਿਆ ਸੀ। ਨਵੇਂ ਪਿੰਡ ਆ ਕੇ ਨਿਧਾਨ ਸਿੰਘ ਨੇ ਆਪਣੀ ਜ਼ਮੀਨ ਸਾਂਭੀ ਤੇ ਰਹਿਣ ਲੱਗਾ। ਉਸਨੇ ਮੁੜ ਆਪਣੇ ਜੱਦੀ ਪਿੰਡ ਜਾਣ ਦਾ ਖਿਆਲ ਉੱਕਾ ਹੀ ਛੱਡ ਦਿੱਤਾ। ਰੱਬੋ ਨੂੰ ਉਸਨੇ ਆਪਣੇ ਘਰ ਵਸਾ ਲਿਆ ਸੀ। ਉਸਨੂੰ ਇਸ ਮਰਾਸਣ ਨਾਲ ਸੱਚਮੁੱਚ ਦਾ ਇਸ਼ਕ ਸੀ। ਨਵੇਂ ਪਿੰਡ ਆ ਕੇ ਰੱਬੋ ਨੇ ਫੁੱਲ ਚਿੜੀਆਂ ਕੱਢਣੀਆਂ ਛੱਡ ਦਿੱਤੀਆਂ ਤੇ ਕੰਨਾਂ ਵਿੱਚੋਂ ਮੋਤੀਏ ਦੀਆਂ ਕਲੀਆਂ ਵੀ ਕੱਢ ਦਿੱਤੀਆਂ। ਉਸਨੇ ਹੁਣ ਆਪਣੇ ਨਵੇਂ ਜੀਵਨ ਦੀ ਰਸਹੀਣਤਾ ਨੂੰ ਸਵੀਕਾਰ ਕਰ ਲਿਆ ਸੀ। ਇੱਕ ਦਿਨ ਉਸਨੇ ਨਿਧਾਨ ਸਿੰਘ ਨੂੰ ਆਖਿਆ, ਭਾਗਰੀ ਨੂੰ ਵੀ ਇੱਥੇ ਬੁਲਾ ਲੈ। ਉਸ ਵਿੱਚ ਹੁਣ ਸਾਹ ਸੱਤ ਨਹੀਂ। ਵਿਚਾਰਾ ਭੁੱਖਾ ਮਰਦਾ ਹੋਊ। ਉਸ ਤੈਨੂੰ ਹੁਣ ਕੀ ਆਖਣਾ। ਨਿਧਾਨ ਸਿੰਘ ਨੇ ਮਨ ਵਿੱਚ ਸੋਚਿਆ ਤੇ ਆਖਿਰ ਭਾਂਗਰੀ ਨੂੰ ਬੁਲਾ ਲਿਆ। ਇੱਥੇ ਆ ਕੇ ਭਾਂਗਰੀ ਨੇ ਨਵੇਂ ਰਿਸ਼ਤੇ ਨੂੰ ਸਵੀਕਾਰ ਕਰ ਲਿਆ। ਉਹ ਨਿਧਾਨ ਸਿੰਘ ਦੇ ਡੰਗਰਾਂ ਦੀ ਰਾਖੀ ਕਰਦਾ, ਉਸਨੂੰ ਸ਼ਰਾਬ ਵਰਤਾਉਂਦਾ ਤੇ ਨਿੱਕੇ ਮੋਟੇ ਕੰਮਾਂ ਦਾ ਧਿਆਨ ਰੱਖਦਾ। ਰੱਬੋ ਨੂੰ ਉਹ ਚੌਧਰਾਣੀ ਦੇ ਰੂਪ ਵਿੱਚ ਦੇਖਣ ਲੱਗ ਪਿਆ ਸੀ। ਨਿਧਾਨ ਸਿੰਘ ਰੱਬੋ ਨੂੰ ਪ੍ਰਾਪਤ ਕਰਕੇ ਵੀ ਇਹ ਮਹਿਸੂਸ ਕਰਦਾ ਸੀ ਕਿ ਕੋਈ ਕਸਰ ਰਹਿ ਗਈ ਹੈ। ਉਸ ਦਾ ਰੂਪ, ਰੰਗ ਤੇ ਜੋਬਨ ਉਸੇ ਤਰ੍ਹਾਂ ਸੀ, ਪਰ ਜਿਵੇਂ ਇਹਨਾਂ ਵਿੱਚੋਂ ਰੱਬੋ ਦੀ ਰੂਹ ਨਾ ਹੋਵੇ। ਇੱਕ ਦਿਨ ਉਸਨੇ ਰੱਬੋ ਨੂੰ ਆਖਿਆ, ਤੂੰ ਹੁਣ ਫੁੱਲ ਚਿੜੀਆਂ ਕਿਉਂ ਨਹੀਂ ਕੱਢਦੀ? ਰੱਬੋ ਬੋਲੀ, ਇਸ ਪਿੰਡ ਵਿੱਚ ਮੈਂ ਚੌਧਰਾਣੀ ਹਾਂ। ਪਿਛਲੇ ਪਿੰਡ ਦੀ ਗੱਲ ਪਿਛਲੇ ਵੇਲਿਆਂ ਨਾਲ ਰਹੀ। ਨਿਧਾਨ ਸਿੰਘ ਨੂੰ ਇਹ ਲੱਗਾ ਜਿਵੇਂ ਰੱਬੋ ਨੇ ਉਸਨੂੰ ਪੂਰੀ ਤਰ੍ਹਾਂ ਕਾਬੂਲ ਨਾ ਕੀਤਾ ਹੋਵੇ। ਫੁੱਲ ਚਿੜੀਆਂ ਰੱਬੋ ਦੇ ਮੁਸ਼ਕੀ ਜੋਬਨ ਤੇ ਸੋਖ ਸੁਭਾਅ ਦੀਆਂ ਪ੍ਰਤੀਕ ਸਨ। ਰੱਬੋ ਨੇ ਇਹਨਾਂ ਨੂੰ ਸਾਂਭ ਕੇ ਕਿਤੇ ਰੱਖ ਦਿੱਤਾ ਸੀ। ਉਸਦੇ ਮਨ ਅੰਦਰ ਹਾਲੇ ਵੀ ਕੋਈ ਗੰਢ ਸੀ। ਨਿਧਾਨ ਸਿੰਘ ਇਸ ਗੰਢ ਨੂੰ ਖੋਲ੍ਹ ਕੇ ਰੱਬੋ ਦੀ ਸਲਾਮ ਸ਼ਖਸੀਅਤ ਦਾ ਮਾਲਕ ਬਣਨਾ ਚਾਹੁੰਦਾ ਸੀ। ਉਹ ਆਪਣੇ ਲੰਮੇ ਸਿਆਹ ਵਾਲਾਂ ਨੂੰ ਖਿੱਚ ਕੇ ਸਿੱਧੀ ਗੁੱਤ ਕਰਦੀ, ਜਿਸ ਨਾਲ ਉਸ ਦੀ ਸਾਰੀ ਸ਼ਖਸੀਅਤ ਖਿੱਚੀ ਤੇ ਸੂਤੀ ਗਈ ਸੀ। ਜਦੋਂ ਨਿਧਾਨ ਸਿੰਘ ਫੁੱਲ ਚਿੜੀਆਂ ਦੀ ਗੱਲ ਛੇੜਦਾ ਤਾਂ ਰੱਬੋ ਉਸਨੂੰ ਪੁਰਾਣੀ ਗੱਲ ਆਖ ਕੇ ਟਾਲ ਦਿੰਦੀ। ਚੌਧਰੀ ਦੇ ਘਰ ਦੇ ਜ਼ਿਮੀਂਦਾਰੇ ਦਾ ਹੁਣ ਇੱਕ ਨਿਤਨੇਮ ਬੱਝ ਗਿਆ ਸੀ। ਉਹ ਘੋੜੀ ਉੱਤੇ ਚੜ੍ਹ ਕੇ ਖੇਤਾਂ ਦਾ ਚੱਕਰ ਲਾਉਂਦਾ ਜਾਂ ਕਦੇ-ਕਦੇ ਮੰਡੀ ਚਲਾ ਜਾਂਦਾ। ਉਸ ਦਾ ਨੌਕਰ ਮੱਖੂ ਤਵੇਲੇ ਦੇ ਵਿਹੜੇ ਵਿੱਚ ਘੋੜੀ ਨੂੰ ਨਵਾਉਂਦਾ ਤੇ ਖਰਖਰਾ ਕਰਦਾ। ਭਾਗਰੀ ਮੁਰਗੀਆਂ ਨੂੰ ਚੋਗਾ ਪਾਉਂਦਾ ਫਿਰਦਾ। ਰੱਬੋ ਵਿਹੜੇ ਵਿੱਚ ਬੈਠ ਕੇ ਦੁੱਧ ਰਿੜਕਦੀ ਤੇ ਰੋਟੀਆਂ ਪਕਾਉਂਦੀ। ਇਸ ਤਰ੍ਹਾਂ 2 ਸਾਲ ਲੰਘ ਗਏ। ਨਿਧਾਨ ਸਿੰਘ ਦੇ ਖੇਤਾਂ ਵਿੱਚ ਭਰਪੂਰ ਫਸਲ ਹੋਈ ਤੇ ਦਾਣਿਆਂ ਨਾਲ ਕੋਠੇ ਭਰ ਗਏ। ਉਸਨੇ ਰੱਬੋ ਨੂੰ ਸੋਨੇ ਦੇ ਲਟਣ ਕਢਾ ਕੇ ਦਿੱਤੇ। ਰੱਬੋ ਨੇ ਚਾਈਂ-ਚਾਈਂ ਲਟਣ ਪਾਏ ਤਾਂ ਨਿਧਾਨ ਸਿੰਘ ਬੋਲਿਆ,
ਰੱਬ ਦੀ ਸਹੁੰ, ਇਹ ਲੱਟਣ ਤਾਂ ਫੁੱਲ ਚਿੜੀਆਂ ਨਾਲੋਂ ਵੀ ਵੱਧ ਜੱਚਦੇ ਨੇ। ਰੱਬੋ ਨੇ ਕੋਈ ਉੱਤਰ ਨਾ ਦਿੱਤਾ ਤੇ ਕੋਠੇ ਉੱਤੇ ਕੱਪੜੇ ਸੁੱਕਣੇ ਪਾਉਣ ਚਲੇ ਗਈ। ਕੱਚੇ ਕੋਠੇ ਦੀ ਨਵੀਂ ਛੱਤ ਉੱਤੇ ਉਸਨੇ ਹੇਠਾਂ ਝਾਤ ਮਾਰੀ ਤਾਂ ਦੇਖਿਆ ਬਾੜੇ ਵਿੱਚ ਮੱਖੂ ਘੋੜੀਆਂ ਨੂੰ ਖਰਖਰਾ ਕਰ ਰਿਹਾ ਸੀ। ਤੇੜ ਹਰਾ ਪਰਨਾ ਜੋ ਖੁੱਚਾਂ ਉੱਤੋਂ ਬੰਨਿਆ ਹੋਇਆ ਸੀ, ਉਸ ਦਾ ਕਾਲਾ ਪਿੰਡਾ ਲਿਸ਼ਕ ਰਿਹਾ ਸੀ ਜਿਵੇਂ ਕਾਲਾ ਤੂਤ ਹੋਵੇ। ਰੱਬੋ ਕੁਝ ਦੇਰ ਖੜੀ ਮੱਖੂ ਤੇ ਘੋੜੀ ਨੂੰ ਤੱਕਦੀ ਰਹੀ। ਮੱਖੂ ਦੀ ਨਜ਼ਰ ਉੱਪਰ ਗਈ ਤਾਂ ਉਸਨੇ ਮਾਲਕਣ ਨੂੰ ਦੇਖਿਆ। ਰੱਬੋ ਬੋਲੀ, ਚੌਧਰੀ ਨੇ ਫਿਰ ਜਾਣਾ ਕਿਤੇ, ਹੁਣ ਤਾਂ ਆਏ ਨੇ ਉਹ। ਮੱਖੂ ਨੇ ਉੱਤਰ ਦਿੱਤਾ, ਉਹ ਮਰਜ਼ੀ ਦੇ ਮਾਲਕ ਨੇ, ਕੀ ਪਤਾ ਕਿੱਧਰ ਤੁਰ ਪੈਣ। ਮੈਨੂੰ ਇਹ ਹੁਕਮ ਹੈ ਕਿ ਮੈਂ ਸਵਾਰੀ ਤਿਆਰ ਰੱਖਾਂ। ਘੋੜੀ ਨੂੰ ਥਾਪੀ ਦੇ ਕੇ ਉਹ ਫਿਰ ਖਰਖਰਾ ਕਰਨ ਲੱਗ ਪਿਆ। ਰੱਬੋ ਕੁਝ ਦੇਰ ਘੂਰਦੀ ਰਹੀ ਤੇ ਫਿਰ ਉਸਨੇ ਹੁਕਮ ਦਿੱਤਾ, ਅੱਜ ਬਗੀਚੇ ਵਿੱਚ ਜਾ ਕੇ ਮੋਤੀਏ ਦੀਆਂ ਕਲੀਆਂ ਲਿਆਵੀਂ। ਕੱਪੜੇ ਸੁੱਕਣੇ ਪਾ ਕੇ ਹੇਠਾਂ ਉਤਰੀ ਤਾਂ ਨਿਧਾਨ ਸਿੰਘ ਮੰਜੇ ਉੱਤੇ ਬੈਠਾ ਮੁੱਛਾਂ ਨੂੰ ਵੱਟ ਦੇ ਰਿਹਾ ਸੀ। ਉਸ ਸ਼ਾਮ ਜਦੋਂ ਨਿਧਾਨ ਸਿੰਘ ਘਰੇ ਮੁੜਿਆ ਤਾਂ ਰੱਬੋ ਬਾਲੋ ਵਾਲੇ ਸ਼ੀਸ਼ੇ ਵਿੱਚ ਆਪਣਾ ਮੂੰਹ ਦੇਖ ਕੇ ਫੁੱਲ ਚਿੜੀਆਂ ਕੱਢ ਰਹੀ ਸੀ।